ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਚ। ਹੁਣ ਤੱਕ ਤੁਸੀਂ ਪੜ੍ਹਿਆ ਕਿ ਅੰਕਲ ਨੇ ਮੇਰੇ ਤੋਂ ਪੁੱਛਿਆ ਕਿ ਤੂੰ ਮੇਰੇ ਕਮਰੇ ਦੀ ਤਲਾਸ਼ੀ ਕਿਉਂ ਲਈ, ਤੈਨੂੰ ਆਖਰ ਕੀ ਚਾਹੀਦਾ ਸੀ। ਮੇਰੀਆਂ ਸਾਰੀਆਂ ਦਰਾਜ਼ਾਂ ਚੈੱਕ ਕੀਤੀਆਂ, ਮੇਰਾ ਸਾਰਾ ਸਮਾਨ ਉਲਟ-ਪੁਲਟ ਕਰ ਦਿੱਤਾ। ਫਿਰ ਮੈਂ ਸੋਚਿਆ ਕਿ ਮੈਂ ਤਾਂ ਸਾਰਾ ਸਮਾਨ ਚੰਗੀ ਤਰ੍ਹਾਂ ਠੀਕ ਕਰਕੇ ਰੱਖਿਆ ਸੀ। ਫਿਰ ਅੰਕਲ ਨੂੰ ਕਿਵੇਂ ਪਤਾ ਲੱਗ ਗਿਆ। ਫਿਰ ਅੰਕਲ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਸਾਰਾ ਸਮਾਨ ਚੰਗੀ ਤਰ੍ਹਾਂ ਰੱਖਦਾ ਹਾਂ। ਮੈਨੂੰ ਕੋਈ ਵੀ ਚੀਜ਼ ਇੱਧਰ ਉੱਧਰ ਪਈ ਪਸੰਦ ਨਹੀਂ। ਸ਼ਾਇਦ ਤੂੰ ਕਾਹਲੀ 'ਚ ਮੇਰਾ ਸਮਾਨ ਚੰਗੀ ਤਰ੍ਹਾਂ ਰੱਖਣਾ ਭੁੱਲ ਗਈ ਸੀ। ਅੰਕਲ ਬਹੁਤ ਗੁੱਸੇ 'ਚ ਸੀ, ਪਰ ਫਿਰ ਵੀ ਮੇਰੇ ਨਾਲ ਨਰਮੀ ਨਾਲ ਗੱਲ ਕਰ ਰਹੇ ਸਨ। ਉਹਨਾਂ ਮੈਨੂੰ ਸਵਾਲ 'ਤੇ ਸਵਾਲ ਕਰ ਰਹੇ ਸਨ, ਪਰ ਮੇਰੇ ਕੋਲ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਸੀ। ਆਖਰ ਮੈਂ ਉਹਨਾਂ ਨੂੰ ਦੱਸ ਹੀ ਦਿੱਤਾ ਕਿ ਮੈਂ ਉੱਪਰ ਵਾਲੇ ਫਲੋਰ 'ਤੇ ਸਫਾਈ ਕਰਨ ਗਈ ਸੀ। ਮੇਰੀ ਨਜ਼ਰ ਸਟੋਰ 'ਤੇ ਪਈ ਤਾਂ ਮੈਂ ਆਪਣਾ ਸ਼ੱਕ ਦੂਰ ਕਰਨ ਲਈ ਸਟੋਰ ਖੋਲ੍ਹ ਕੇ ਦੇਖਿਆ ਅਤੇ ਜਿਵੇਂ ਹੀ ਮੈਂ ਸਟੋਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਮੇਰੀ ਜਾਨ ਹੀ ਨਿਕਲ ਗਈ। ਇਸੇ ਕਰਕੇ ਸੱਚ ਜਾਣਨ ਲਈ ਮੈਨੂੰ ਤੁਹਾਡੇ ਕਮਰੇ ਦੀ ਤਲਾਸ਼ੀ ਲੈਣੀ ਪਈ। ਮੈਨੂੰ ਲੱਗਿਆ ਕਿ ਹੋ ਸਕਦਾ ਹੈ ਤੁਹਾਡੇ ਕਮਰੇ 'ਚੋਂ ਮੈਨੂੰ ਕੋਈ ਨਾ ਕੋਈ ਸੁਰਾਗ ਮਿਲ ਜਾਵੇ, ਜਿਸ ਨਾਲ ਮੈਨੂੰ ਪੂਰਾ ਸੱਚ ਪਤਾ ਲੱਗ ਜਾਵੇ। ਪਰ ਤੁਹਾਡੇ ਕਮਰੇ 'ਚ ਮੈਨੂੰ ਕੁਝ ਵੀ ਨਹੀਂ ਮਿਲਿਆ। ਜੋ ਕੁਝ ਵੀ ਮੈਂ ਉੱਪਰ ਦੇਖਿਆ, ਉਸ ਤੋਂ ਬਾਅਦ ਜੇਕਰ ਮੈਂ ਚੁੱਪ ਰਹਿੰਦੀ ਤਾਂ ਉਹ ਮੇਰੇ ਲਈ ਪਾਪ ਹੁੰਦਾ। ਮੈਨੂੰ ਤੁਹਾਡੇ ਕਮਰੇ ਸਿਰਫ ਇੱਕ ਡਾਇਰੀ ਅਤੇ ਕੁਝ ਫੋਟੋਆਂ ਮਿਲੀਆਂ, ਜਿਸ ਨੂੰ ਦੇਖ ਕੇ ਮੈਂ ਸੋਚਾਂ 'ਚ ਪੈ ਗਈ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਤੁਸੀਂ ਅਜਿਹਾ ਕਿਉਂ ਕੀਤਾ। ਕਿ ਕੋਈ ਆਦਮੀ ਕਿਸੇ ਨਾਲ ਅਜਿਹਾ ਵੀ ਕਰ ਸਕਦਾ ਹੈ। ਮੈਂ ਤਾਂ ਤੁਹਾਨੂੰ ਨੇਕ ਸਮਝਦੀ ਸੀ, ਪਰ ਤੁਸੀਂ ਤਾਂ ਕੁਝ ਹੋਰ ਹੀ ਨਿਕਲੀ। ਮੈਂ ਕਦੇ ਵੀ ਤੁਹਾਡੇ ਬਾਰੇ ਅਜਿਹਾ ਨਹੀਂ ਸੋਚ ਸਕਦੀ ਸੀ। ਮੈਨੂੰ ਅੰਕਲ ਤੋਂ ਬਹੁਤ ਡਰ ਲੱਗ ਰਿਹਾ ਸੀ, ਪਰ ਫਿਰ ਵੀ ਮੈਂ ਉਹਨਾਂ ਨੂੰ ਸਭ ਕੁਝ ਆਖ ਦਿੱਤਾ। ਮੈਂ ਸੋਚਿਆ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਮੈਨੂੰ ਇਸ ਘਰੋਂ ਕੱਢ ਦਿੰਦੇ, ਪਰ ਜੋ ਵੀ ਮੈਂ ਉੱਪਰ ਦੇਖਿਆ ਉਸ ਤੋਂ ਬਾਅਦ ਮੈਂ ਚੁੱਪ ਨਹੀਂ ਰਹਿ ਸਕਦੀ ਸੀ। ਅੰਕਲ ਮੇਰੀ ਗੱਲ ਸੁਣ ਕੇ ਗੁੱਸਾ ਹੋਣ ਦੀ ਥਾਂ ਮੁਸਕਰਾ ਕੇ ਮੈਨੂੰ ਦੇਖਣ ਲੱਗੇ ਅਤੇ ਮੈਨੂੰ ਆਖਣ ਲੱਗੇ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਤੈਨੂੰ ਸਹੀ ਅਤੇ ਗਲਤ ਦਾ ਫਰਕ ਪਤਾ ਹੈ। ਜੇਕਰ ਤੈਨੂੰ ਸੱਚ ਜਾਣਨਾ ਸੀ ਤਾਂ ਮੇਰੇ ਤੋਂ ਪੁੱਛ ਲੈਂਦੀ। ਤੈਨੂੰ ਇਸ ਤਰ੍ਹਾਂ ਮੇਰੇ ਪਿੱਛੋਂ ਕਮਰੇ ਦੀ ਤਲਾਸ਼ੀ ਨਹੀਂ ਲੈਣੀ ਚਾਹੀਦੀ ਸੀ। ਮੈਂ ਤੇਰੇ 'ਤੇ ਵਿਸ਼ਵਾਸ ਕੀਤਾ ਸੀ ਅਤੇ ਤੂੰ ਮੇਰੇ ਵਿਸ਼ਵਾਸ ਨੂੰ ਤੋੜ ਦਿੱਤਾ। ਤੂੰ ਸੱਚ ਹੀ ਜਾਣਨਾ ਹੈ ਤਾਂ ਠੀਕ ਹੈ, ਅੱਜ ਮੈਂ ਤੈਨੂੰ ਸਾਰਾ ਸੱਚ ਦੱਸਦਾ ਹਾਂ। ਫਿਰ ਤੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਜੋ ਦੇਖਿਆ ਉਹ ਸਹੀ ਸੀ ਜਾਂ ਗਲਤ। ਮੈਂ ਸਿਰਫ 4 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਮੇਰੇ ਗੁਆਂਢ 'ਚ ਇੱਕ ਆਦਮੀ ਰਹਿੰਦਾ ਸੀ ਜੋ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਮੇਰਾ ਬਹੁਤ ਖਿਆਲ ਰੱਖਦਾ ਸੀ। ਉਹਨਾਂ ਨੇ ਮੇਰੀ ਨਾਲ ਵਿਆਹ ਕਰਨ ਲਈ ਕਿਹਾ। ਮੇਰੀ ਮਾਂ ਨੇ ਉਹਨਾਂ ਨਾਲ ਵਿਆਹ ਲਈ ਇਹ ਸੋਚ ਕੇ ਹਾਂ ਕਰ ਦਿੱਤੀ ਕਿ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਨ ਅਤੇ ਮੈਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਅਤੇ ਮੇਰੇ ਪਿਤਾ ਜੀ ਦਾ ਕਾਰੋਬਾਰ ਵੀ ਬਹੁਤ ਵੱਡਾ ਸੀ, ਉਹ ਵੀ ਸੰਭਾਲ ਲੈਣਗੇ, ਕਿਉਂਕਿ ਇਕੱਲੀ ਮਾਂ ਇੰਨਾ ਵੱਡਾ ਕਾਰੋਬਾਰ ਨਹੀਂ ਸੰਭਾਲ ਸਕਦੀ ਸੀ। ਅਤੇ ਮੈਂ ਵੀ ਉਸ ਸਮੇਂ ਬਹੁਤ ਛੋਟਾ ਸੀ। ਵਿਆਹ ਤੋਂ ਬਾਅਦ ਵੀ ਮੇਰੇ ਦੂਜੇ ਪਿਤਾ ਮੇਰਾ ਬਹੁਤ ਖਿਆਲ ਰੱਖਦੇ ਸਨ। ਉਹ ਮੈਨੂੰ ਸਕੂਲ ਛੱਡ ਕੇ ਆਉਂਦੇ ਅਤੇ ਸਕੂਲ ਤੋਂ ਵਾਪਸ ਵੀ ਲੈਣ ਜਾਂਦੇ ਸਨ। ਮੇਰੀ ਹਰ ਚੀਜ਼ ਦਾ ਖਿਆਲ ਰੱਖਦੇ ਸਨ ਅਤੇ ਮੇਰੇ ਨਾਲ ਖੇਡਦੇ ਵੀ ਸਨ। ਮੈਂ ਵੀ ਉਹਨਾਂ ਨਾਲ ਬਹੁਤ ਖੁਸ਼ ਸੀ ਅਤੇ ਮਾਂ ਵੀ ਬਹੁਤ ਖੁਸ਼ ਸੀ। ਪਰ ਮੇਰੀ ਮਾਂ ਦਾ ਤਾਂ ਉਹਨਾਂ ਦਾ ਸਾਥ ਕੁਝ ਹੀ ਦਿਨਾਂ ਦਾ ਸੀ। ਵਿਆਹ ਤੋਂ 1 ਸਾਲ ਬਾਅਦ ਹੀ ਮੇਰੀ ਮਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੇਰੇ ਪਿਤਾ ਜੀ ਨੇ ਆਪਣੀ ਮੌਤ ਤੋਂ ਬਾਅਦ ਹੀ ਆਪਣੀ ਵਸੀਅਤ ਬਣਾ ਦਿੱਤੀ ਸੀ, ਜਿਸ ਅਨੁਸਾਰ ਸਭ ਕੁਝ ਮੇਰੇ ਨਾਂ ਸੀ। ਜਦੋਂ ਮੈਂ 18 ਸਾਲ ਦਾ ਹੁੰਦਾ ਤਾਂ ਪਿਤਾ ਜੀ ਦਾ ਸਭ ਕੁਝ ਮੇਰੇ ਨਾਂ ਹੋ ਜਾਂਦਾ। ਮੇਰੀ ਮਾਂ ਦੇ ਨਾਂ ਜ਼ਿਆਦਾ ਕੁਝ ਨਹੀਂ ਸੀ, ਸਗੋਂ ਸਿਰਫ ਇੱਕ ਘਰ ਅਤੇ ਕੁਝ ਜਾਇਦਾਦ ਸੀ, ਜੋ ਕਿ ਉਹਨਾਂ ਨੇ ਮਰਨ ਤੋਂ ਪਹਿਲਾਂ ਆਪਣੇ ਦੂਜੇ ਪਤੀ ਦੇ ਨਾਂ ਕਰ ਦਿੱਤੀ ਸੀ। ਹੁਣ ਜਦੋਂ ਤੱਕ ਮੈਂ 18 ਸਾਲ ਦਾ ਨਹੀਂ ਹੁੰਦਾ, ਉਦੋਂ ਤੱਕ ਇਹ ਸਾਰੀ ਜਾਇਦਾਦ ਦੀ ਦੇਖਭਾਲ ਦੀ ਜ਼ਿੰਮੇਵਾਰੀ ਮੇਰੇ ਦੂਜੇ ਪਿਤਾ ਜੀ ਦੀ ਸੀ। ਮੇਰੀ ਮਾਂ ਦੇ ਦੇਹਾਂਤ ਤੋਂ ਬਾਅਦ ਹੀ ਮੇਰੇ ਦੂਜੇ ਪਿਤਾ ਨੇ ਆਪਣਾ ਰਵੱਈਆ ਮੇਰੇ ਨਾਲ ਬਦਲ ਲਿਆ। ਉਹਨਾਂ ਨੇ ਮੇਰਾ ਸਕੂਲ ਜਾਣਾ ਵੀ ਬੰਦ ਕਰਵਾ ਦਿੱਤਾ ਅਤੇ ਮੈਨੂੰ ਸਿਰਫ ਕਮਰੇ 'ਚ ਬੰਦ ਰੱਖਦੇ ਸਨ। ਮੈਨੂੰ ਖਾਣ ਪੀਣ ਨੂੰ ਵੀ ਨਹੀਂ ਦਿੰਦੇ ਸਨ। ਜਦੋਂ ਮੇਰੀ ਮਰਨ ਦੀ ਹਾਲਤ ਹੋ ਜਾਂਦੀ ਤਾਂ ਮੈਨੂੰ ਥੋੜ੍ਹਾ ਜਿਹਾ ਪਾਣੀ ਅਤੇ ਥੋੜ੍ਹਾ ਜਿਹਾ ਖਾਣ ਦੇ ਦਿੱਤਾ ਜਾਂਦਾ। ਸਾਰਾ ਦਿਨ ਉਹ ਘਰ 'ਚ ਗਲਤ ਕੰਮ ਕਰਦੇ ਸਨ। ਉਹਨਾਂ ਨੇ ਸਾਰੇ ਵਫਾਦਾਰ ਨੌਕਰਾਂ ਨੂੰ ਵੀ ਘਰੋਂ ਕੱਢ ਦਿੱਤਾ ਸੀ ਅਤੇ ਆਪਣੇ ਵਰਗੇ ਹੀ ਪੈਸਿਆਂ ਦੇ ਲਾਲਚੀ ਆਦਮੀਆਂ ਨੂੰ ਘਰ 'ਚ ਕੰਮ 'ਤੇ ਰੱਖ ਲਿਆ ਸੀ। ਉਹ ਉਹਨਾਂ ਦੇ ਕਹਿਣ 'ਤੇ ਸਭ ਕੁਝ ਕਰਦੇ ਸਨ। ਜਦੋਂ ਮੈਂ ਕਮਰੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਹ ਅਤੇ ਉਹਨਾਂ ਦੇ ਨੌਕਰ ਮੈਨੂੰ ਮਾਰਦੇ ਸਨ।
ਉਹਨਾਂ ਨੇ ਦਫ਼ਤਰ ਜਾਣਾ ਵੀ ਬੰਦ ਕਰ ਦਿੱਤਾ ਸੀ। ਇੱਕ ਦਿਨ ਜਦੋਂ ਮੈਂ ਕਮਰੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪਿਤਾ ਦੇ ਇੱਕ ਨੌਕਰ ਨੇ ਮੈਨੂੰ ਦੇਖ ਲਿਆ। ਉਸਨੇ ਮੇਰੇ ਪਿਤਾ ਨੂੰ ਦੱਸ ਦਿੱਤਾ। ਉਸ ਤੋਂ ਬਾਅਦ ਮੈਨੂੰ ਸਿਰਫ ਕਮਰੇ 'ਚ ਹੀ ਨਹੀਂ ਬੰਦ ਕੀਤਾ, ਸਗੋਂ ਮੈਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਇੱਕ ਦਿਨ ਮੇਰੇ ਪਿਤਾ ਨੇ ਮੈਨੂੰ ਦੱਸਿਆ ਕਿ ਮੇਰੀ ਮਾਂ ਆਪਣੀ ਮੌਤ ਨਹੀਂ ਮਰੀ, ਸਗੋਂ ਉਹਨਾਂ ਨੇ ਹੀ ਉਸ ਨੂੰ ਮਾਰਿਆ ਹੈ। ਉਹਨਾਂ ਨੇ ਮੇਰੀ ਮਾਂ ਨੂੰ ਕੋਈ ਅਜਿਹੀ ਦਵਾਈ ਦਿੱਤੀ ਸੀ ਜਿਸ ਕਰਕੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਸਨੇ ਮੈਨੂੰ ਦੱਸਿਆ ਕਿ ਤੇਰੇ ਪਿਤਾ ਦੀ ਜਾਇਦਾਦ ਹਾਸਲ ਕਰਨ ਲਈ ਉਸਨੇ ਇਹ ਸਭ ਕੁਝ ਕੀਤਾ। ਤੇਰੀ ਮਾਂ ਦੇ ਮਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਰੀ ਜਾਇਦਾਦ ਤੇਰੇ ਨਾਂ ਹੈ। ਉਹ ਤਾਂ ਮੈਨੂੰ ਵੀ ਮਾਰਨਾ ਚਾਹੁੰਦਾ ਸੀ, ਪਰ 18 ਸਾਲ ਤੋਂ ਪਹਿਲਾਂ ਜੇਕਰ ਉਹ ਮੈਨੂੰ ਮਾਰ ਦਿੰਦੀ ਜਾਂ ਮੈਨੂੰ ਕੁਝ ਹੋ ਜਾਂਦਾ ਤਾਂ ਸਾਰੀ ਜਾਇਦਾਦ ਟਰਸਟ ਨੂੰ ਚਲੀ ਜਾਂਦੀ, ਉਸਦੇ ਹੱਥ ਕੁਝ ਨਾ ਲੱਗ। ਇਸ ਲਈ ਉਸਨੇ ਮੈਨੂੰ ਅਜੇ ਤੱਕ ਜਿਉਂਦਾ ਰੱਖਿਆ ਸੀ, ਪਰ ਅਜਿਹਾ ਜਿਉਂਦਾ ਰਹਿਣਾ ਮੌਤ ਤੋਂ ਵੀ ਬੱਤਰ ਸੀ। ਉਹ ਇਹ ਵੀ ਚਾਹੁੰਦਾ ਸੀ ਕਿ ਮੈਂ ਪਾਗਲ ਹੋ ਜਾਵਾਂ, ਕਿਉਂਕਿ ਇਸ ਹਾਲਤ 'ਚ ਸਾਰੀ ਜਾਇਦਾਦ ਸਿਰਫ ਉਸਦੇ ਹੱਥ ਆਉਂਦੀ। ਉਸਦੇ ਜ਼ੁਲਮ ਕਰਕੇ ਮੇਰੇ ਦਿਮਾਗ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸ਼ਾਇਦ ਮੈਂ ਪਾਗਲ ਹੀ ਹੋ ਜਾਂਦਾ, ਤੇ ਜੇਕਰ ਬਚ ਜਾਂਦਾ ਤਾਂ 18 ਸਾਲ ਤੋਂ ਬਾਅਦ ਉਹ ਜ਼ਬਰਦਸਤੀ ਸਾਰੇ ਪੇਪਰਾਂ 'ਤੇ ਮੇਰੇ ਤੋਂ ਸਾਈਨ ਕਰਵਾ ਕੇ ਮੇਰਾ ਕਤਲ ਕਰ ਦਿੰਦਾ। ਮੇਰੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਮੈਂ ਘਰ ਦੇ ਸਾਰੇ ਨੌਕਰਾਂ ਤੋਂ ਤੇ ਆਪਣੇ ਪਿਤਾ ਦੇ ਦੋਸਤ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਇੱਥੋਂ ਜਾਣ ਦਿਓ, ਪਰ ਕੋਈ ਮੇਰੀ ਗੱਲ ਨਾ ਸੁਣਦਾ, ਸਗੋਂ ਸਾਰੇ ਮੇਰਾ ਮਜ਼ਾਕ ਉਡਾਉਂਦੇ ਸਨ ਤੇ ਮੈਨੂੰ ਪਾਗਲ ਆਖਦੇ ਸਨ। ਕੁਝ ਸਾਲ ਇਸ ਤਰ੍ਹਾਂ ਹੀ ਇੱਕ ਕਮਰੇ 'ਚ ਬੰਦ ਰਿਹਾ। ਮੈਨੂੰ ਸਿਰਫ ਇੰਨਾ ਹੀ ਖਾਣ ਪੀਣ ਨੂੰ ਦਿੱਤਾ ਜਾਂਦਾ ਜਿਸ ਕਰਕੇ ਮੈਂ ਜਿਉਂਦਾ ਰਹਿ ਸਕਾਂ। ਇੱਕ ਵਾਰ ਇੱਕ ਨੌਕਰ ਜਦੋਂ ਮੇਰੇ ਕੋਲ ਖਾਣਾ ਲੈ ਕੇ ਆਇਆ ਤਾਂ ਉਸਨੇ ਮੇਰੇ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਇਸ ਤਰ੍ਹਾਂ ਕਿਵੇਂ ਰਹਿ ਰਿਹਾ ਹੈ। ਮੈਂ ਉਸ ਤੋਂ ਪੁੱਛਿਆ ਕਿ ਤੂੰ ਕੌਣ ਹੈ, ਮੈਂ ਤੈਨੂੰ ਪਹਿਲੀ ਵਾਰ ਇਸ ਘਰ 'ਚ ਦੇਖਿਆ ਹੈ। ਉਸਨੇ ਦੱਸਿਆ ਕਿ ਉਹ ਨਵਾਂ ਨੌਕਰੀ 'ਤੇ ਆਇਆ ਹੈ। ਫਿਰ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਦੱਸੀ। ਉਸ ਨੂੰ ਸੁਣ ਕੇ ਬਹੁਤ ਦੁੱਖ ਹੋਇਆ। ਉਸਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਤੇਰੀ ਜ਼ਰੂਰ ਮਦਦ ਕਰਾਂਗਾ। ਕੋਈ ਆਦਮੀ ਇਹਨੇ ਛੋਟੇ ਬੱਚੇ 'ਤੇ ਇੰਨਾ ਜ਼ੁਲਮ ਕਿਵੇਂ ਕਰ ਸਕਦਾ ਹੈ, ਉਹ ਵੀ ਸਿਰਫ ਜਾਇਦਾਦ ਲਈ। ਤੂੰ ਇੰਨਾ ਕੁਝ ਬਰਦਾਸ਼ਤ ਕੀਤਾ ਹੈ, ਭਗਵਾਨ ਤੇਰੇ ਨਾਲ ਜ਼ਰੂਰ ਕੁਝ ਚੰਗਾ ਕਰੇਗਾ। ਇੱਕ ਦਿਨ ਜਦੋਂ ਮੇਰਾ ਦੂਜਾ ਪਿਤਾ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤਾਂ ਉਸ ਨੌਕਰ ਦੀ ਮਦਦ ਨਾਲ ਘਰੋਂ ਭੱਜਣ 'ਚ ਕਾਮਯਾਬ ਹੋ ਗਿਆ। ਉਸ ਤੋਂ ਬਾਅਦ ਉਹ ਨੌਕਰ ਮੈਨੂੰ ਆਪਣੇ ਪਿੰਡ ਲੈ ਗਿਆ। ਉਸਨੇ ਮੈਨੂੰ ਆਪਣੇ ਨਾਲ ਹੀ ਰੱਖਿਆ। ਜਦੋਂ ਮੈਂ 18 ਸਾਲ ਦਾ ਹੋ ਗਿਆ ਤਾਂ ਮੈਂ ਆਪਣੇ ਪਿਤਾ ਦੇ ਵਕੀਲ ਕੋਲ ਚਲਾ ਗਿਆ। ਉਹ ਮੇਰੇ ਪਿਤਾ ਜੀ ਦੇ ਦੋਸਤ ਸਨ, ਇਸ ਲਈ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਉਹਨਾਂ ਪੁੱਛਿਆ ਕਿ ਮੈਂ ਜਿਉਂਦਾ ਕਿਵੇਂ ਹਾਂ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਸਾਰੀ ਜਾਇਦਾਦ ਮੈਨੂੰ ਵਾਪਸ ਕਰਵਾਉਣ 'ਚ ਮੇਰੀ ਮਦਦ ਕੀਤੀ। ਜਦੋਂ ਮੇਰੇ ਦੂਜੇ ਪਿਤਾ ਨੂੰ ਪਤਾ ਲੱਗਿਆ ਤਾਂ ਉਸਨੇ ਸਾਰਿਆਂ ਸਾਹਮਣੇ ਹੱਥ ਜੋੜ ਕੇ ਮੇਰੇ ਤੋਂ ਮਾफ़ੀ ਮੰਗਣ ਦਾ ਡਰਾਮਾ ਕੀਤਾ। ਮੈਂ ਉਸ ਨੂੰ ਸਾਰਿਆਂ ਦੇ ਸਾਹਮਣੇ ਮਾफ़ ਕਰ ਦਿੱਤਾ ਤੇ ਉਸ ਨਾਲ ਆਪਣੇ ਘਰ ਵਾਪਸ ਆ ਗਿਆ। ਪਰ ਮੇਰੇ ਦਿਲ 'ਚ ਉਸ ਲਈ ਨਫ਼ਰਤ ਖਤਮ ਨਹੀਂ ਹੋਈ ਸੀ। ਮੈਂ ਚਾਹੁੰਦਾ ਸੀ ਕਿ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੇ, ਪਰ ਮੇਰੇ ਕੋਲ ਉਸਦੇ ਪਾਪਾਂ ਦਾ ਕੋਈ ਸਬੂਤ ਨਹੀਂ ਸੀ। ਉਸ ਕਰਕੇ ਹੀ ਮੈਂ ਆਪਣੀ ਪੜ੍ਹਾਈ ਵੀ ਨਹੀਂ ਕਰ ਸਕਿਆ ਸੀ ਤੇ ਆਪਣਾ ਬਚਪਨ ਵੀ ਗਵਾ ਦਿੱਤਾ ਸੀ, ਤੇ ਇਸ ਕਰਕੇ ਹੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ। ਮੈਂ ਅਜਿਹੇ ਆਦਮੀ ਨੂੰ ਕਿਵੇਂ ਮਾफ़ ਕਰ ਸਕਦਾ ਸੀ ਜਿਸ ਨੇ ਮੇਰੇ ਤੋਂ ਸਭ ਕੁਝ ਖੋਹ ਲਿਆ ਸੀ, ਉਹ ਵੀ ਸਿਰਫ ਜਾਇਦਾਦ ਲਈ। ਮੈਂ ਤਾਂ ਉਹਨਾਂ ਨਾਲ ਇੰਨਾ ਪਿਆਰ ਕਰਦਾ ਸੀ, ਜੇਕਰ ਉਹ ਮੇਰੇ ਤੋਂ ਪਿਆਰ ਨਾਲ ਮੰਗਦਾ ਤਾਂ ਮੈਂ ਖੁਸ਼ੀ ਸਭ ਕੁਝ ਉਸਦੇ ਨਾਂ ਕਰ ਦਿੰਦਾ, ਪਰ ਉਸਨੇ ਮੇਰੇ ਤੇ ਮੇਰੀ ਮਾਂ ਨਾਲ ਇੰਨਾ ਵੱਡਾ ਧੋਖਾ ਕੀਤਾ ਜਿਸ ਲਈ ਮੈਂ ਉਸ ਨੂੰ ਕਦੇ ਮਾफ़ ਨਹੀਂ ਕਰ ਸਕਦਾ। ਤੂੰ ਉੱਪਰ ਸਟੋਰ 'ਚ ਜਿਸ ਆਦਮੀ ਨੂੰ ਰੱਸੀਆਂ ਨਾਲ ਬੰਨ੍ਹਿਆ ਦੇਖਿਆ ਹੈ, ਉਹ ਮੇਰਾ ਦੂਜਾ ਪਿਤਾ ਹੀ ਹੈ। ਜੋ ਉਸਨੇ ਮੇਰੇ ਨਾਲ ਕੀਤਾ, ਉਸ ਤੋਂ ਬਾਅਦ ਉਸ ਨੂੰ ਸਜ਼ਾ ਮਿਲਣੀ ਜ਼ਰੂਰੀ ਸੀ, ਪਰ ਮੈਂ ਉਸ ਵਾਂਗ ਜ਼ਾਲਮ ਨਹੀਂ ਹਾਂ। ਮੈਂ ਉਸ ਨੂੰ ਸਮੇਂ 'ਤੇ ਖਾਣਾ ਵੀ ਦਿੰਦਾ ਹਾਂ ਤੇ ਪਾਣੀ ਵੀ ਪਿਆਉਂਦਾ ਹਾਂ ਤੇ ਉਸ 'ਤੇ ਕੋਈ ਜ਼ੁਲਮ ਵੀ ਨਹੀਂ ਕਰਦਾ। ਬਸ ਮੈਂ ਉਸ ਨੂੰ ਰੱਸੀਆਂ ਨਾਲ ਬੰਨ੍ਹ ਕੇ ਕਮਰੇ 'ਚ ਬੰਦ ਕਰ ਰੱਖਿਆ ਹੈ। ਹੁਣ ਜਦੋਂ ਤੱਕ ਉਹ ਜਿਉਂਦਾ ਹੈ ਮੈਂ ਉਸ ਨੂੰ ਇਸ ਤਰ੍ਹਾਂ ਹੀ ਕੈਦ 'ਚ ਰੱਖਾਂਗਾ। ਸੋ ਦੋਸਤੋ, ਅੰਕਲ ਨੇ ਆਪਣੇ ਦੂਜੇ ਪਿਤਾ ਨਾਲ ਜੋ ਕੀਤਾ ਉਹ ਸਹੀ ਕੀਤਾ। ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਦੀ ਲੱਗੀ ਇਹ ਵੀ ਜ਼ਰੂਰ ਦੱਸਣਾ। ਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਧੰਨਵਾਦ।